ਅਸਤਰ ਦੀ ਕਿਤਾਬ ਇਹ ਬਾਈਬਲ ਦੀਆਂ ਬਹੁਤ ਦਿਲਚਸਪ ਅਤੇ ਅਨੋਖੀਆਂ ਕਿਤਾਬਾਂ ਵਿੱਚੋਂ ਇੱਕ ਹੈ। ਇਹ ਕਹਾਣੀ ਬਾਬਲ ਦੇ ਲੋਕਾਂ ਦੁਆਰਾ ਇਸਰਾਇਲ ਨੂੰ ਗੁਲਾਮੀ ਵਿੱਚ ਲੈ ਜਾਣ ਤੋਂ ਲਗਭਗ 100 ਸਾਲ ਬਾਅਦ ਦੀ ਹੈ ਅਤੇ ਜਦੋਂ ਕਿ ਕੁਝ ਯਹੂਦੀ ਯਰੂਸ਼ਲਮ ਵਾਪਿਸ ਆ ਗਏ ਸਨ, ਅਜ਼ਰਾ ਅਤੇ ਨਹਮੀਆ ਨੂੰ ਯਾਦ ਕਰੋ, ਬਹੁਤ ਸਾਰੇ ਨਹੀਂ ਮੁੜੇ ਸਨ। ਅਤੇ ਅਸਤਰ ਦੀ ਕਿਤਾਬ ਪ੍ਰਾਚੀਨ ਫਾਰਸ ਸਾਮਰਾਜ ਦੀ ਰਾਜਧਾਨੀ ਸ਼ੂਸ਼ਨ ਵਿੱਚ ਰਹਿਣ ਵਾਲੇ ਯਹੂਦੀ ਸਮਾਜ ਦੇ ਬਾਰੇ ਹੈ। ਇਸ ਕਹਾਣੀ ਦੇ ਮੁੱਖ ਪਾਤਰ ਦੋ ਯਹੂਦੀ ਹਨ, ਮਰਦਕਈ ਅਤੇ ਉਸ ਦੀ ਚਚੇਰੀ ਧੀ ਅਸਤਰ। ਅਤੇ ਫਿਰ ਇੱਥੇ ਫਾਰਸ ਦਾ ਰਾਜਾ ਹੈ ਜੋ ਇਸ ਕਹਾਣੀ ਦੇ ਵਿੱਚ ਸ਼ਰਾਬ ਦੇ ਪ੍ਰਭਾਵ ਅਧੀਨ ਹੈ। ਅਤੇ ਫਿਰ ਇਸ ਵਿੱਚ ਫਾਰਸੀ ਅਧਿਕਾਰੀ ਹਮਾਨ ਵੀ ਹੈ ਜੋ ਚਲਾਕ ਖਲਨਾਇਕ ਹੈ। ਹੁਣ ਇਹ ਬਾਈਬਲ ਦੀ ਅਨੋਖੀ ਕਿਤਾਬ ਹੈ, ਮੁੱਖ ਰੂਪ ਨਾਲ ਇਸ ਤੱਥ ਦੇ ਪੱਖੋਂ ਕਿ ਇਸ ਵਿੱਚ ਕਿਤੇ ਵੀ ਪਰਮੇਸ਼ਵਰ ਦਾ ਹਵਾਲਾ ਨਹੀਂ ਹੈ, ਇੱਕ ਵਾਰ ਵੀ ਨਹੀਂ, ਜੋ ਸ਼ਾਇਦ ਤੁਹਾਨੂੰ ਅਜੀਬ ਲੱਗ ਸਕਦਾ ਹੈ। ਮੇਰਾ ਮਤਲਬ ਹੈ ਕਿ ਬਾਈਬਲ ਪਰਮੇਸ਼ਵਰ ਦੇ ਬਾਰੇ ਨਹੀਂ ਹੈ, ਪਰ ਅਸਲ ਵਿੱਚ ਇਹ ਬੇਨਾਮ ਲੇਖਕ ਦੀ ਬੁੱਧੀਮਾਨ ਕਲਾ ਦਾ ਨਮੂਨਾ ਹੈ। ਇਹ ਇਸ ਕਹਾਣੀ ਨੂੰ ਪੜ੍ਹਨ ਅਤੇ ਪਰਮੇਸ਼ਵਰ ਦੇ ਕੰਮ ਨੂੰ ਖੋਜਣ ਦਾ ਸੱਦਾ ਦਿੰਦਾ ਹੈ ਅਤੇ ਜਿਸ ਦੇ ਸੰਕੇਤ ਹਰ ਜਗ੍ਹਾ ਮਿਲਦੇ ਹਨ। ਕਹਾਣੀ ਬਹੁਤ ਹੀ ਵਿਲੱਖਣ ਇਤਫਾਕਾਂ ਅਤੇ ਪਾਸਾ ਪਲਟਣ ਵਾਲੇ ਵਿਅੰਗਾਂ ਨਾਲ ਭਰੀ ਹੋਈ ਹੈ ਅਤੇ ਇਹ ਸਭ ਤੁਹਾਨੂੰ ਪਰਮੇਸ਼ਵਰ ਦੇ ਉਦੇਸ਼ਾਂ ਨੂੰ ਕੰਮ ਕਰਦੇ ਹੋਏ ਪਰ ਪਰਦੇ ਦੇ ਪਿੱਛੇ ਦ੍ਰਿਸ਼ ਨੂੰ ਵੇਖਣ ਲਈ ਕਾਇਲ ਕਰਦੀ ਹੈ। ਆਓ ਗਹਿਰਾਈ ਵਿੱਚ ਇਸ ਕਹਾਣੀ ਨੂੰ ਵੇਖੀਏ। ਕਿਤਾਬ ਫਾਰਸ ਦੇ ਰਾਜਾ ਦੁਆਰਾ ਦਿੱਤੇ ਗਏ ਦੋ ਵੱਡੇ ਭੋਜਨ ਦਾਵਤਾਂ ਦੇ ਨਾਲ ਆਰੰਭ ਹੁੰਦੀ ਹੈ ਜੋ 187 ਦਿਨਾਂ ਤੱਕ ਚੱਲਦੇ ਹਨ ਅਤੇ ਇਸ ਦਾ ਉਦੇਸ਼ ਉਸ ਦੀ ਮਹਾਨਤਾ ਤੇ ਸ਼ੋਭਾ ਨੂੰ ਪ੍ਰਗਟ ਕਰਨਾ ਸੀ। ਭੋਜਨ ਦਾਵਤ ਸਮਾਰੋਹ ਦੇ ਆਖਰੀ ਦਿਨ ਉਹ ਸ਼ਰਾਬ ਦੇ ਨਸ਼ੇ ਵਿੱਚ ਮਗਨ ਸੀ ਅਤੇ ਉਹ ਮੰਗ ਕਰਦਾ ਹੈ ਕਿ ਉਸ ਦੀ ਪਤਨੀ ਮਲਕਾ ਵਸਤੀ ਦਾਵਤ ਵਿੱਚ ਆਪਣਾ ਸੁਹੱਪਣ ਵਿਖਾਉਣ ਲਈ ਹਾਜ਼ਰ ਹੋਵੇ। ਉਹ ਮਨਾ ਕਰ ਦਿੰਦੀ ਹੈ ਅਤੇ ਇਸ ਲਈ ਰਾਜਾ ਨਸ਼ੇ ਵਿੱਚ ਭੜਕ ਉੱਠਦਾ ਹੈ ਅਤੇ ਵਸਤੀ ਨੂੰ ਛੱਡ ਦਿੰਦਾ ਹੈ ਅਤੇ ਮੂਰਖਤਾ ਭਰਿਆ ਫਰਮਾਨ ਦਿੰਦਾ ਹੈ ਕਿ ਫਾਰਸੀ ਪੁਰਖਿਆਂ ਨੂੰ ਹੁਣ ਤੋਂ ਆਪਣੇ ਘਰ ਦੇ ਮੁਖੀਏ ਹੋਣਾ ਚਾਹੀਦਾ ਹੈ। ਫਿਰ ਉਹ ਇੱਕ ਸੁੰਦਰਤਾ ਮੁਕਾਬਲਾ ਰੱਖਦਾ ਹੈ ਕਿਉਂਕਿ ਉਹ ਨਵੀਂ ਰਾਣੀ ਲੱਭਣਾ ਚਾਹੁੰਦਾ ਸੀ। ਇਹ ਅਸਲ ਵਿੱਚ ਬੁਰੇ ਤਮਾਸ਼ੇ ਦੀ ਤਰ੍ਹਾਂ ਸੀ, ਪਰ ਇੱਥੇ ਹੀ ਸਾਡੀ ਜਾਣ ਪਛਾਣ ਅਸਤਰ ਅਤੇ ਮਰਦਕਈ ਨਾਲ ਕਰਵਾਈ ਜਾਂਦੀ ਹੈ। ਅਸਤਰ ਆਪਣੀ ਯਹੂਦੀ ਪਹਿਚਾਣ ਨੂੰ ਲੁਕਾਉਂਦੀ ਹੈ ਅਤੇ ਸੁੰਦਰਤਾ ਮੁਕਾਬਲੇ ਵਿੱਚ ਦਾਖਲ ਹੁੰਦੀ ਹੈ ਅਤੇ ਜਿੱਤ ਜਾਂਦੀ ਹੈ ਅਤੇ ਰਾਜਾ ਅਸਤਰ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਹ ਉਸ ਨੂੰ ਉੱਚਾ ਉਠਾ ਕੇ ਫਾਰਸ ਦੀ ਨਵੀਂ ਰਾਣੀ ਬਣਾ ਦਿੰਦਾ ਹੈ। ਹੁਣ ਇਸ ਤੋਂ ਬਾਅਦ ਇਸ ਤੋਂ ਵੀ ਭਿਆਨਕ ਇਹ ਤੱਥ ਹੈ ਕਿ ਕੁਝ ਹੋਰ ਵੀ ਅਚਾਨਕ ਵਾਪਰਦਾ ਹੈ। ਮਰਦਕਈ ਮਹਿਲ ਦੇ ਦੋ ਸ਼ਾਹੀ ਪਹਿਰੇਦਾਰਾਂ ਦੁਆਰਾ ਰਾਜੇ ਦੇ ਕਤਲ ਦੀ ਸਾਜ਼ਿਸ਼ ਬਾਰੇ ਸੁਣਦਾ ਹੈ ਅਤੇ ਉਹ ਅਸਤਰ ਨੂੰ ਸੂਚਿਤ ਕਰਦਾ ਹੈ ਜੋ ਫਿਰ ਰਾਜੇ ਨੂੰ ਦੱਸਦੀ ਹੈ ਅਤੇ ਮਰਦਕਈ ਨੂੰ ਰਾਜੇ ਦਾ ਜੀਵਨ ਬਚਾਉਣ ਲਈ ਸਰਾਹਨਾ ਮਿਲਦੀ ਹੈ। ਇੱਥੇ ਸ਼ੁਰੂਆਤ ਤੋਂ ਹੀ ਪਰਮੇਸ਼ਵਰ ਦਾ ਕਿਤੇ ਵੀ ਜ਼ਿਕਰ ਨਹੀਂ ਹੈ, ਪਰ ਇਹ ਸਭ ਪਰਮੇਸ਼ਵਰ ਦੀ ਮਰਜ਼ੀ ਦੁਆਰਾ ਨਿਰਧਾਰਿਤ ਪ੍ਰਤੀਤ ਹੁੰਦਾ ਹੈ। ਇਸ ਵੇਲੇ ਪਰਮੇਸ਼ਵਰ ਕੀ ਕਰ ਰਿਹਾ ਹੈ? ਤੁਹਾਨੂੰ ਲਗਾਤਾਰ ਪੜ੍ਹਦੇ ਰਹਿਣਾ ਚਾਹੀਦਾ ਹੈ। ਫਿਰ ਸਾਡੀ ਜਾਣ ਪਛਾਣ ਹਮਾਨ ਨਾਲ ਕਰਵਾਈ ਜਾਂਦੀ ਹੈ ਜੋ ਅਸਲ ਵਿੱਚ ਫਾਰਸੀ ਨਹੀਂ ਹੈ। ਉਸ ਨੂੰ ਅਗਾਗੀ ਕਿਹਾ ਗਿਆ ਹੈ। ਉਹ ਪ੍ਰਾਚੀਨ ਕਨਾਨੀ ਲੋਕਾਂ ਦੇ ਵੰਸ਼ ਤੋਂ ਸੀ। ਪਹਿਲਾ ਸ਼ਮੂਏਲ 15 ਅਧਿਆਇ ਨੂੰ ਯਾਦ ਕਰੋ। ਰਾਜਾ ਹਮਾਨ ਨੂੰ ਰਾਜ ਦੇ ਸਭ ਤੋਂ ਉੱਚੇ ਅਹੁਦੇ ਤੇ ਪਹੁੰਚਾਉਂਦਾ ਹੈ ਅਤੇ ਹੁਕਮ ਦਿੰਦਾ ਹੈ ਕਿ ਸਭ ਹਮਾਨ ਦੇ ਸਾਹਮਣੇ ਝੁਕਣ। ਖੈਰ, ਜਦੋਂ ਮਰਦਕਈ ਹਮਾਨ ਨੂੰ ਦੇਖਦਾ ਹੈ ਤਾਂ ਉਹ ਗੋਡੇ ਨਿਵਾਉਣ ਤੋਂ ਮਨਾ ਕਰ ਦਿੰਦਾ ਹੈ, ਜਿਸ ਤੋਂ ਹਮਾਨ ਕ੍ਰੋਧ ਵਿੱਚ ਭਰ ਜਾਂਦਾ ਹੈ ਅਤੇ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮਰਦਕਈ ਯਹੂਦੀ ਹੈ ਤਾਂ ਹਮਾਨ ਚਲਾਕੀ ਨਾਲ ਰਾਜੇ ਨੂੰ ਇੱਕ ਅਜੀਬ ਜਿਹਾ ਫਰਮਾਨ ਕੱਢਣ ਲਈ ਰਾਜੀ ਕਰ ਲੈਂਦਾ ਹੈ ਕਿ ਸਭ ਯਹੂਦੀਆਂ ਦਾ ਨਾਸ਼ ਕਰ ਦਿੱਤਾ ਜਾਵੇ ਅਤੇ ਹਮਾਨ ਯਹੂਦੀਆਂ ਦੇ ਨਾਸ਼ ਦੀ ਤਾਰੀਖ ਤੈਅ ਕਰਨ ਲਈ ਗੁਣੇ ਪਾਉਂਦਾ ਹੈ। ਇਬਰਾਨੀ ਵਿੱਚ ਗੁਣੇ ਨੂੰ ਪੁਰ ਕਿਹਾ ਜਾਂਦਾ ਹੈ। ਇਸ ਬਾਰੇ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ। ਤਾਂ 11 ਮਹੀਨੇ ਬਾਅਦ ਆਦਾਰ ਦੇ 13ਵੇਂ ਦਿਨ ਸਭ ਯਹੂਦੀ ਮਰ ਜਾਣਗੇ। ਹਮਾਨ ਅਤੇ ਰਾਜਾ ਸ਼ਰਾਬ ਪੀ ਕੇ ਇਸ ਭਿਆਨਕ ਫੈਸਲੇ ਦੀ ਖੁਸ਼ੀ ਮਨਾਉਂਦੇ ਹਨ। ਹੁਣ ਸਾਰਾ ਧਿਆਨ ਮਰਦਕਈ ਅਤੇ ਅਸਤਰ ਉੱਤੇ ਆ ਜਾਂਦਾ ਹੈ ਜੋ ਯਹੂਦੀ ਲੋਕਾਂ ਦੀ ਇੱਕਮਾਤਰ ਆਸ ਹਨ। ਉਹ ਯੋਜਨਾ ਬਣਾਉਂਦੇ ਹਨ ਕਿ ਅਸਤਰ ਰਾਜੇ ਦੇ ਸਾਹਮਣੇ ਆਪਣੀ ਯਹੂਦੀ ਪਹਿਚਾਣ ਨੂੰ ਪ੍ਰਗਟ ਕਰੇਗੀ ਅਤੇ ਉਸ ਨੂੰ ਫਰਮਾਨ ਵਾਪਸ ਲੈਣ ਲਈ ਕਹੇਗੀ। ਪਰ ਫਾਰਸ ਦੇ ਕਾਨੂੰਨ ਦੇ ਅਨੁਸਾਰ ਬਿਨਾਂ ਮਨਜ਼ੂਰੀ ਲਏ ਰਾਜੇ ਦੇ ਕੋਲ ਜਾਣਾ ਮੌਤ ਦੇ ਯੋਗ ਸਜ਼ਾ ਸੀ। ਪਰ ਇਸ ਲਈ ਮਰਦਕਈ ਦਾ ਇੱਕ ਮਹੱਤਵਪੂਰਨ ਬਿਆਨ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਅਸਤਰ ਚੁੱਪ ਵੀ ਰਹੇ ਤਾਂ ਵੀ ਕਿਸੇ ਹੋਰ ਜਗ੍ਹਾ ਤੋਂ ਯਹੂਦੀਆਂ ਦਾ ਛੁਟਕਾਰਾ ਆਵੇਗਾ। ਅਤੇ ਫਿਰ ਮਰਦਕਈ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਹਿੰਦਾ ਹੈ, ਕੀ ਜਾਣੀਏ ਕਿ ਤੂੰ ਅਜਿਹੇ ਵੇਲੇ ਲਈ ਰਾਣੀ ਬਣੀ ਹੈ? ਅਸਤਰ ਬਹਾਦਰੀ ਨਾਲ ਜਵਾਬ ਦਿੰਦੀ ਹੈ ਅਤੇ ਆਪਣੇ ਇਹਨਾਂ ਸ਼ਾਨਦਾਰ ਸ਼ਬਦਾਂ ਦੇ ਨਾਲ ਰਾਜੇ ਦੇ ਕੋਲ ਜਾਣ ਦਾ ਇਰਾਦਾ ਕਰਦੀ ਹੈ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ। ਹੁਣ ਅੱਗੇ ਅਸੀਂ ਹਮਾਨ ਦੀਆਂ ਬੁਰੀਆਂ ਯੋਜਨਾਵਾਂ ਦਾ ਵਿਅੰਗਾਤਮਕ ਤਰੀਕੇ ਨਾਲ ਪਾਸਾ ਪਲਟਦੇ ਹੋਏ ਵੇਖਦੇ ਹਾਂ। ਅਸਤਰ ਪਹਿਲੇ ਭੋਜਨ ਵਿੱਚ ਰਾਜੇ ਅਤੇ ਹਮਾਨ ਨੂੰ ਸੱਦਾ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਅਗਲੇ ਦਿਨ ਵਿਸ਼ੇਸ਼ ਭੋਜਨ ਵਿੱਚ ਉਹ ਇਹ ਵਿਸ਼ੇਸ਼ ਅਰਜ਼ ਕਰਨਾ ਚਾਹੁੰਦੀ ਹੈ। ਤਾਂ ਹਮਾਨ ਦਾਵਤ ਦੇ ਨਸ਼ੇ ਵਿੱਚ ਮਤਵਾਲਾ ਹੋ ਕੇ ਨਿਕਲਦਾ ਹੈ ਅਤੇ ਫਾਟਕ ਉੱਤੇ ਮਰਦਕਈ ਨੂੰ ਵੇਖਦਾ ਹੈ। ਉਹ ਕ੍ਰੋਧ ਨਾਲ ਭਰ ਜਾਂਦਾ ਹੈ ਅਤੇ ਸੈਨਿਕਾਂ ਨੂੰ ਆਦੇਸ਼ ਦਿੰਦਾ ਹੈ ਕਿ ਇੱਕ ਉੱਚੀ ਸੂਲੀ ਬਣਾਈ ਜਾਵੇ ਤਾਂ ਜੋ ਸਵੇਰੇ ਮਰਦਕਈ ਨੂੰ ਇਸ ਸੂਲੀ ਤੇ ਚੜਾਇਆ ਜਾਵੇ। ਇਸ ਤਰ੍ਹਾਂ ਲੱਗਦਾ ਹੈ ਕਿ ਯਹੂਦੀਆਂ ਤੇ ਮਰਦਕਈ ਦੇ ਲਈ ਹਾਲਾਤ ਇਸ ਤੋਂ ਬੁਰੇ ਨਹੀਂ ਹੋ ਸਕਦੇ ਸਨ,
ਪਰ ਅਚਾਨਕ ਕਹਾਣੀ ਬਦਲ ਜਾਂਦੀ ਹੈ। ਉਸ ਰਾਤ ਇਸ ਤਰ੍ਹਾਂ ਹੁੰਦਾ ਹੈ ਕਿ ਰਾਜਾ ਸੋ ਨਹੀਂ ਪਾਉਂਦਾ ਅਤੇ ਉਹ ਇਤਿਹਾਸ ਦੀ ਕਿਤਾਬ ਲਿਆਉਣ ਅਤੇ ਉਸ ਨੂੰ ਪੜ੍ਹ ਕੇ ਸੁਣਾਉਣ ਦਾ ਹੁਕਮ ਦਿੰਦਾ ਹੈ। ਅਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਸਿਰਫ ਇਹ ਸੁਣਦਾ ਹੈ ਕਿ ਰਾਜੇ ਨੂੰ ਮਰਦਕਈ ਨੇ ਕਿਵੇਂ ਬਚਾਇਆ ਸੀ। ਉਹ ਇਸ ਨੂੰ ਪੂਰੀ ਤਰ੍ਹਾਂ ਭੁੱਲ ਚੁੱਕਾ ਸੀ। ਫਿਰ ਸਵੇਰੇ ਹਾਮਾਨ ਮਰਦਕਈ ਦੇ ਲਈ ਮੌਤ ਦੀ ਸਜ਼ਾ ਮੰਗਣ ਆਉਂਦਾ ਹੈ ਅਤੇ ਰਾਜਾ ਉਸ ਸਮੇਂ ਹਾਮਾਨ ਨੂੰ ਹੁਕਮ ਦਿੰਦਾ ਹੈ ਕਿ ਉਹ ਉਸ ਦੇ ਜੀਵਨ ਨੂੰ ਬਚਾਉਣ ਦੇ ਲਈ ਮਰਦਕਈ ਦਾ ਲੋਕਾਂ ਦੇ ਸਾਹਮਣੇ ਆਦਰ ਕਰੇ। ਇਸ ਲਈ ਹੁਣ ਹਾਮਾਨ ਮਰਦਕਈ ਨੂੰ ਸ਼ਾਹੀ ਘੋੜੇ ਤੇ ਬਿਠਾ ਕੇ ਨਗਰ ਦੇ ਚਾਰੇ ਪਾਸੇ ਲੈ ਜਾਂਦਾ ਹੈ ਅਤੇ ਸਭ ਨੂੰ ਉਸ ਦਾ ਆਦਰ ਕਰਨ ਲਈ ਕਹਿੰਦਾ ਹੈ। ਹੁਣ ਕਹਾਣੀ ਦੇ ਇਸ ਪਲ ਤੋਂ ਪੂਰੀ ਕਿਤਾਬ ਵਿੱਚ ਇੱਕ ਬਦਲਾਅ ਆ ਜਾਂਦਾ ਹੈ। ਹੁਣ ਹਾਮਾਨ ਦੇ ਪਤਨ ਅਤੇ ਮਰਦਕਈ ਦੇ ਅਧਿਕਾਰ ਵਿੱਚ ਵਾਧਾ ਹੋਣ ਲੱਗਦਾ ਹੈ। ਵੇਖੋ ਇਹ ਕਿਵੇਂ ਕੰਮ ਕਰਦਾ ਹੈ। ਅਗਲੇ ਦਿਨ ਅਸਤਰ ਦੀ ਦੂਜੀ ਦਾਵਤ ਹੈ। ਫਿਰ ਰਾਜਾ ਤੇ ਹਾਮਾਨ ਆਉਂਦੇ ਹਨ ਅਤੇ ਅਸਤਰ ਸਭ ਤੋਂ ਪਹਿਲਾਂ ਰਾਜੇ ਨੂੰ ਇਹ ਸੂਚਿਤ ਕਰਦੀ ਹੈ ਕਿ ਉਹ ਯਹੂਦਨ ਹੈ ਅਤੇ ਫਿਰ ਦੂਸਰਾ ਇਹ ਦੱਸਦੀ ਹੈ ਕਿ ਹਾਮਾਨ ਨੇ ਉਸ ਦੀ ਅਤੇ ਰਾਜੇ ਦਾ ਜੀਵਨ ਬਚਾਉਣ ਵਾਲੇ ਮਰਦਕਈ ਦੀ ਅਤੇ ਸਭ ਯਹੂਦੀਆਂ ਨੂੰ ਕਤਲ ਕਰਨ ਦੀ ਆਗਿਆ ਦਿੱਤੀ ਹੈ। ਹੁਣ ਤੱਕ ਰਾਜਾ ਬਹੁਤ ਪੀ ਚੁੱਕਾ ਸੀ, ਇਸ ਲਈ ਜਦੋਂ ਉਹ ਇਹ ਖਬਰ ਸੁਣਦਾ ਹੈ ਤਾਂ ਉਹ ਕ੍ਰੋਧ ਨਾਲ ਭਰ ਜਾਂਦਾ ਹੈ ਅਤੇ ਉਹ ਹੁਕਮ ਦਿੰਦਾ ਹੈ ਕਿ ਹਾਮਾਨ ਨੂੰ ਉਸੇ ਸੂਲੀ ਉੱਤੇ ਟੰਗ ਦਿੱਤਾ ਜਾਏ ਜੋ ਉਸਨੇ ਮਰਦਕਈ ਦੇ ਲਈ ਬਣਾਈ ਹੈ। ਹਾਮਾਨ ਦੀ ਮੌਤ ਦਾ ਇਹ ਵਿਅੰਗਾਤਮਕ ਅਤੇ ਭਿਆਨਕ ਤਰੀਕਾ ਸੀ, ਪਰ ਹਾਮਾਨ ਦੀ ਮੌਤ ਨਾਲ ਸਭ ਯਹੂਦੀਆਂ ਨੂੰ ਮਾਰਨ ਦੇ ਸ਼ਾਹੀ ਫਰਮਾਨ ਦਾ ਹੱਲ ਨਹੀਂ ਹੋ ਜਾਂਦਾ। ਇਸ ਲਈ ਹੁਣ ਧਿਆਨ ਅਸਤਰ ਅਤੇ ਮਰਦਕਈ ਉੱਤੇ ਹੈ ਜੋ ਫਰਮਾਨ ਨੂੰ ਪਲਟਾਉਣ ਦੀ ਯੋਜਨਾ ਬਣਾਉਂਦੇ ਹਨ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਰਾਜੇ ਦੁਆਰਾ ਦਿੱਤੇ ਫਰਮਾਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਲਈ ਰਾਜਾ ਮਰਦਕਈ ਨੂੰ ਇੱਕ ਹੋਰ ਫਰਮਾਨ ਕੱਢਣ ਦਾ ਹੁਕਮ ਦਿੰਦਾ ਹੈ ਜਿਸ ਨਾਲ ਪਹਿਲੇ ਫਰਮਾਨ ਨੂੰ ਰੱਦ ਕਰ ਦਿੱਤਾ ਜਾ ਸਕੇ। ਇਹ ਤੈਅ ਦਿਨ ਜਿਸ ਦਿਨ ਸਾਰੇ ਯਹੂਦੀ ਮਾਰੇ ਜਾਣੇ ਸਨ, ਇਹ ਅਦਾਰ ਮਹੀਨੇ ਦੇ 13ਵੇਂ ਦਿਨ ਸੀ ਅਤੇ ਹੁਣ ਯਹੂਦੀਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਜਿਨ੍ਹਾਂ ਨੇ ਯਹੂਦੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਸ ਸਮੇਂ ਮਰਦਕਈ, ਅਸਤਰ ਅਤੇ ਯਹੂਦੀਆਂ ਨੇ ਹਰ ਜਗ੍ਹਾ ਇਸ ਨਵੇਂ ਹੁਕਮ ਦਾ ਜਸ਼ਨ ਮਨਾਇਆ ਅਤੇ ਮਰਦਕਈ ਨੂੰ ਰਾਜੇ ਦੇ ਸਿੰਘਾਸਨ ਦੇ ਕੋਲ ਉੱਚੀ ਪਦਵੀ ਤੇ ਬਿਠਾਇਆ ਗਿਆ। ਆਖਿਰਕਾਰ ਫਰਮਾਨ ਦਾ ਦਿਨ ਆਉਂਦਾ ਹੈ ਅਤੇ ਯਹੂਦੀ ਆਪਣੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਦੇ ਹਨ। ਸਭ ਤੋਂ ਪਹਿਲਾਂ ਉਹ ਹਾਮਾਨ ਦੇ ਪਰਿਵਾਰ ਨੂੰ ਅਤੇ ਉਹਨਾਂ ਫਾਰਸੀ ਅਧਿਕਾਰੀਆਂ ਨੂੰ ਨਸ਼ਟ ਕਰ ਦਿੰਦੇ ਹਨ ਜੋ ਹਾਮਾਨ ਦੀ ਸਾਜ਼ਿਸ਼ ਵਿੱਚ ਸ਼ਾਮਿਲ ਸਨ ਅਤੇ ਫਿਰ ਦੂਸਰੇ ਦਿਨ ਉਹਨਾਂ ਨੂੰ ਪੂਰੇ ਰਾਜ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਵਿਅਕਤੀ ਨੂੰ ਮਾਰਨ ਦੀ ਇਜਾਜ਼ਤ ਮਿਲਦੀ ਹੈ ਜਿਸ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਸੀ। ਇਸ ਦਾ ਸਿੱਟਾ ਖੁਸ਼ੀ ਅਤੇ ਜਸ਼ਨ ਵਿੱਚ ਹੁੰਦਾ ਹੈ ਕਿਉਂਕਿ ਯਹੂਦੀਆਂ ਨੂੰ ਨਾਸ਼ ਤੋਂ ਬਚਾਇਆ ਗਿਆ ਸੀ। ਫਿਰ ਕਹਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਯਹੂਦੀਆਂ ਦੇ ਨਾਸ਼ ਤੋਂ ਬਚਣ ਦੀ ਯਾਦ ਵਿੱਚ ਅਸਤਰ ਅਤੇ ਮਰਦਕਈ ਆਗਿਆ ਦੁਆਰਾ ਪੁਰੀਮ ਦੇ ਸਾਲਾਨਾ 2 ਦਿਨਾਂ ਦੇ ਪਰਬ ਦੀ ਸਥਾਪਨਾ ਕਰਦੇ ਹਨ ਅਤੇ ਪਰਬ ਦਾ ਨਾਮ ਹਾਮਾਨ ਦੇ ਗੁਣੇ ਤੋਂ ਆਉਂਦਾ ਹੈ। ਪੁਰੀਮ ਯਾਦ ਹੈ। ਕਿਤਾਬ ਅੰਤਿਮ ਸਾਰ ਦੇ ਨਾਲ ਸਮਾਪਤ ਹੁੰਦੀ ਹੈ ਕਿ ਮਰਦਕਈ ਨੂੰ ਰਾਜ ਵਿੱਚ ਦੂਸਰੇ ਸਥਾਨ ਤੇ ਉੱਚਾ ਉਠਾਇਆ ਜਾਂਦਾ ਹੈ ਅਤੇ ਹੁਣ ਸਾਨੂੰ ਉਸ ਦੇ ਰਾਜ ਦੀ ਇਸ ਮਹਾਨਤਾ ਅਤੇ ਸ਼ੋਭਾ ਦੇ ਵਿਖੇ ਦੱਸਿਆ ਜਾਂਦਾ ਹੈ ਅਤੇ ਯਹੂਦੀ ਗੁਲਾਮੀ ਵਿੱਚ ਫਲਦੇ ਹਨ। ਹੁਣ ਪਿੱਛੇ ਆਓ, ਧਿਆਨ ਦਿਓ ਕਿ ਇਸ ਕਹਾਣੀ ਦੀ ਰਚਨਾ ਕਿਸ ਤਰ੍ਹਾਂ ਕੀਤੀ ਗਈ ਹੈ। ਕਹਾਣੀ ਵਿਅੰਗਾਂ ਨਾਲ ਭਰੀ ਹੋਈ ਸੀ, ਪਰ ਅਸੀਂ ਇਸ ਨੂੰ ਤਰਤੀਬ ਵਿੱਚ ਵੇਖ ਸਕਦੇ ਹਾਂ। ਰਾਜੇ ਦੀਆਂ ਦਾਵਤਾਂ ਤੇ ਸ਼ੋਭਾ ਅਤੇ ਅੰਤ ਵਿੱਚ ਮਰਦਕਈ ਦੀ ਸ਼ੋਭਾ ਅਤੇ ਦਾਵਤਾਂ ਅਤੇ ਆਦੇਸ਼ਾਂ ਦੁਆਰਾ ਦਰਸਾਇਆ ਗਿਆ ਹੈ। ਅਸਤਰ ਅਤੇ ਮਰਦਕਈ ਪਹਿਲਾਂ ਰਾਜੇ ਨੂੰ ਬਚਾਉਂਦੇ ਹਨ, ਪਰ ਅੰਤ ਵਿੱਚ ਉਹ ਸਭ ਯਹੂਦੀਆਂ ਨੂੰ ਬਚਾਉਂਦੇ ਹਨ ਅਤੇ ਫਿਰ ਤੁਸੀਂ ਹਾਮਾਨ ਨੂੰ ਉੱਚੇ ਉਠਾਏ ਜਾਣ ਆਦੇਸ਼ ਅਤੇ ਦਾਵਤਾਂ ਵੇਖਦੇ ਹੋ ਜੋ ਮਰਦਕਈ ਨੂੰ ਉੱਚੇ ਉਠਾਏ ਜਾਣ ਅਤੇ ਆਦੇਸ਼ ਅਤੇ ਦਾਵਤ ਦੁਆਰਾ ਉਲਟਾ ਦਿੱਤਾ ਜਾਂਦਾ ਹੈ ਅਤੇ ਫਿਰ ਅੱਧ ਵਿੱਚ ਤੁਸੀਂ ਅਸਤਰ ਅਤੇ ਮਰਦਕਈ ਦੀ ਯੋਜਨਾ ਬਣਾਉਣ ਦੇ ਦ੍ਰਿਸ਼ ਨੂੰ ਵੇਖਦੇ ਹੋ ਅਤੇ ਫਿਰ ਅਸਤਰ ਦੇ 2 ਭੋਜਨ ਜੋ ਪੂਰੀ ਕਹਾਣੀ ਨੂੰ ਉਲਟਣ ਦੇ ਮਹਾਨ ਪਲਾਂ ਦੇ ਢਾਂਚੇ ਦੇ ਰੂਪ ਵਿੱਚ ਕੰਮ ਕਰਦੇ ਹਨ, ਹਾਮਾਨ ਦਾ ਸੁੱਟਿਆ ਜਾਣਾ ਅਤੇ ਮਰਦਕਈ ਦਾ ਉੱਚਾ ਉਠਾਇਆ ਜਾਣਾ। ਹੈ ਨਾ ਜ਼ਬਰਦਸਤ। ਪਾਤਰਾਂ ਦੀ ਨੈਤਿਕ ਅਸਪਸ਼ਟਤਾ ਇਸ ਕਿਤਾਬ ਦੀ ਇੱਕ ਹੋਰ ਸ਼ਾਨਦਾਰ ਵਿਸ਼ੇਸ਼ਤਾ ਹੈ। ਇਸ ਵਿੱਚ ਬਹੁਤ ਜ਼ਿਆਦਾ ਨਸ਼ੇ ਦਾ ਸੇਵਨ, ਕ੍ਰੋਧ ਅਤੇ ਵਿਭਚਾਰ ਅਤੇ ਹੱਤਿਆ ਹੈ ਜਿਸ ਦਾ ਅਸਤਰ ਅਤੇ ਮਰਦਕਈ ਵੀ ਇੱਕ ਹਿੱਸਾ ਹਨ। ਤੁਰੇਤ ਦੇ ਕਈ ਉਦੇਸ਼ਾਂ ਦਾ ਉਲੰਘਣ ਹੈ ਜਿਵੇਂ ਗੈਰ ਯਹੂਦੀਆਂ ਨਾਲ ਵਿਆਹ ਕਰਨਾ ਜਾਂ ਅਸ਼ੁੱਧ ਭੋਜਨ ਕਰਨਾ ਅਤੇ ਇਸ ਪ੍ਰਕਾਰ ਕਹਾਣੀ ਮਰਦਕਈ ਅਤੇ ਅਸਤਰ ਨੂੰ ਨੈਤਿਕ ਉਦਾਹਰਣ ਦੇ ਰੂਪ ਵਿੱਚ ਨਹੀਂ ਦਰਸਾਉਂਦੀ ਜਿਵੇਂ ਕਿ ਉਹ ਉਹਨਾਂ ਦੇ ਸਾਰੇ ਵਿਵਹਾਰ ਦਾ ਸਮਰਥਨ ਕਰਦੀ ਹੈ, ਪਰ ਇਹ ਉਹਨਾਂ ਦੇ ਭਰੋਸੇ ਅਤੇ ਆਸ ਦੇ ਆਦਰਸ਼ਾਂ ਦੇ ਰੂਪ ਵਿੱਚ ਪੇਸ਼ ਕਰਦੀ ਹੈ ਜਦੋਂ ਕਿ ਹਾਲਾਤ ਹਕੀਕਤ ਵਿੱਚ ਖਰਾਬ ਹੁੰਦੇ ਹਨ। ਅਤੇ ਇਸ ਲਈ ਅਸਤਰ ਦੀ ਕਿਤਾਬ ਉਸ ਸਵਾਲ ਤੇ ਵਾਪਿਸ ਆਉਂਦੀ ਹੈ ਜਿਸ ਨਾਲ ਅਸੀਂ ਆਰੰਭ ਕੀਤਾ ਸੀ, ਪਰਮੇਸ਼ਵਰ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ। ਇਸ ਕਿਤਾਬ ਦਾ ਸੰਦੇਸ਼ ਇਹ ਪ੍ਰਤੀਤ ਹੁੰਦਾ ਹੈ ਕਿ ਜਦੋਂ ਪਰਮੇਸ਼ਵਰ ਗੈਰ ਹਾਜ਼ਰ ਪ੍ਰਤੀਤ ਹੋਵੇ, ਜਦੋਂ ਉਸ ਦੇ ਲੋਕ ਗੁਲਾਮੀ ਵਿੱਚ ਹੋਣ, ਜਦੋਂ ਉਹ ਤੁਰੇਤ ਪ੍ਰਤੀ ਵਿਸ਼ਵਾਸਘਾਤੀ ਹੋਣ, ਤਾਂ ਇਸ ਦਾ ਅਰਥ ਇਹ ਹੈ ਕਿ ਪਰਮੇਸ਼ਵਰ ਦਾ ਸਬੰਧ ਇਸਰਾਇਲ ਦੇ ਨਾਲ ਸਮਾਪਤ ਹੋ ਗਿਆ ਹੈ। ਕਿ ਪਰਮੇਸ਼ਵਰ ਨੇ ਆਪਣੇ ਵਾਅਦਿਆਂ ਨੂੰ ਤਿਆਗ ਦਿੱਤਾ? ਤਾਂ ਅਸਤਰ ਦੀ ਕਿਤਾਬ ਦਾ ਜਵਾਬ ਹੈ ਨਹੀਂ। ਇਹ ਸਾਨੂੰ ਵੇਖਣ ਲਈ ਸੱਦਾ ਦਿੰਦੀ ਹੈ ਕਿ ਪਰਮੇਸ਼ਵਰ ਮਨੁੱਖੀ ਇਤਿਹਾਸ ਦੀ ਗੜਬੜੀ ਅਤੇ ਨੈਤਿਕ ਅਸਪਸ਼ਟਤਾ ਵਿੱਚ ਵੀ ਕੰਮ ਕਰ ਸਕਦਾ ਹੈ ਅਤੇ ਕੰਮ ਕਰਦਾ ਹੈ।
ਅਤੇ ਉਹ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਨੈਤਿਕ ਰੂਪ ਤੋਂ ਸਮਝੌਤੇ ਕੀਤੇ ਗਏ ਲੋਕਾਂ ਦੀ ਵਿਸ਼ਵਾਸਯੋਗਤਾ ਨੂੰ ਪ੍ਰਯੋਗ ਕਰਦਾ ਹੈ। ਅਤੇ ਇਸ ਲਈ ਅਸਤਰ ਦੀ ਕਿਤਾਬ ਸਾਨੂੰ ਪਰਮੇਸ਼ਵਰ ਦੀ ਦੂਰ ਦੀ ਸੋਚ ਉੱਤੇ ਭਰੋਸਾ ਕਰਨ ਲਈ ਤਿਆਰ ਹੋਣ ਦੇ ਲਈ ਕਹਿੰਦੀ ਹੈ, ਭਾਵੇਂ ਹੀ ਅਸੀਂ ਇਸ ਨੂੰ ਕੰਮ ਕਰਦੇ ਹੋਏ ਨਹੀਂ ਵੇਖਦੇ। ਅਤੇ ਆਸ ਬਣਾਏ ਰੱਖੋ ਕਿ ਹਾਲਾਤ ਕਿੰਨੇ ਵੀ ਬੁਰੇ ਕਿਉਂ ਨਾ ਹੋਣ, ਪਰਮੇਸ਼ਵਰ ਆਪਣੇ ਸੰਸਾਰ ਨੂੰ ਬਚਾਉਣ ਦੇ ਲਈ ਵਚਨਬੱਧ ਹੈ ਅਤੇ ਇਹੀ ਸਭ ਅਸਤਰ ਦੀ ਕਿਤਾਬ ਦੇ ਬਾਰੇ ਹੈ।